हाँ जी एमएससी ਤਾਂ ਲਾਈਨ ਕਲਿੱਪਿੰਗ ਦਾ ਟੌਪਿਕ ਸਾਡਾ ਚੱਲ ਰਿਹਾ ਬੇਟਾ। ਲਾਈਨ ਕਲਿੱਪਿੰਗ ਦਾ ਮੀਨਿੰਗ ਮੈਂ ਤੁਹਾਨੂੰ ਦੱਸਿਆ ਕਿ ਦੇਖੋ ਲਾਈਨ ਸਪੋਜ਼ ਕਰੋ ਤੁਹਾਡੀ ਵਿੰਡੋ ਦੇ ਵਿੱਚ ਕੰਪਲੀਟ ਨਹੀਂ ਆ ਰਹੀ ਤਾਂ ਉਸ ਲਾਈਨ ਨੂੰ ਅਸੀਂ ਕੀ ਕਰਾਂਗੇ, ਤਿੰਨ ਕੇਸਿਸ ਦੇ ਵਿੱਚ ਅਸੀਂ ਚੈੱਕ ਕਰਾਂਗੇ ਕਿ ਜਿਹੜੀ ਤੁਹਾਡੀ ਲਾਈਨ ਉਹ ਪੂਰੀ ਵਿੰਡੋ ਦੇ ਵਿੱਚ ਹੈ ਜਾਂ ਪੂਰੀ ਦੀ ਪੂਰੀ ਵਿੰਡੋ ਤੋਂ ਬਾਹਰ ਹੈ ਜਾਂ ਪਾਰਸ਼ੀਅਲ ਹੈ, ਮਤਲਬ ਅੱਧੀ ਕੁ ਵਿੰਡੋ ਦੇ ਵਿੱਚ ਆ ਰਹੀ ਹੈ ਅੱਧੀ ਕੁ ਬਾਹਰ ਆ ਰਹੀ ਹੈ। ਜੇ ਇੱਦਾਂ ਦਾ ਕੁਝ ਕੇਸ ਹੈਗਾ ਹੈ ਨਾ ਤਾਂ ਅਸੀਂ ਡਿਸਾਈਡ ਕਰਾਂਗੇ ਕਿ ਅਸੀਂ ਕਿੰਨੀ ਲਾਈਨ ਰੱਖਣੀ ਹੈ। ਸਪੋਜ਼ ਕਰੋ ਅਸੀਂ ਇੰਨੀ ਰੱਖਾਂਗੇ ਨਾ ਜੋ ਬਾਉਂਡਰੀ ਤੋਂ ਬਾਹਰ ਆ, ਉਸ ਲਾਈਨ ਨੂੰ ਅਸੀਂ ਛੱਡ ਦਿਆਂਗੇ। ਐਸੀ ਚੀਜ਼ ਨੂੰ ਬੋਲਦੇ ਹੈਗੇ ਲਾਈਨ ਕਲਿੱਪਿੰਗ। ਤੇ ਲਾਈਨ ਕਲਿੱਪਿੰਗ ਦੇ ਲਈ ਡਾਇਗਰਾਮ ਆਪਾਂ ਪਹਿਲਾਂ ਕੀਤਾ ਹੋਇਆ। ਹੁਣ ਲਾਈਨ ਕਲਿੱਪਿੰਗ ਲਈ ਕੀ ਹੈ, ਇੱਕ ਇਕੁਏਸ਼ਨ ਹੈ ਬੇਟਾ ਜਿਹੜੀ ਨੂੰ ਯੂਜ਼ ਕਰਦੇ ਆ ਅਸੀਂ ਕਲਿੱਪਿੰਗ ਐਲਗੋਰਿਦਮਸ ਦੇ ਵਿੱਚ। ਤਾਂ ਉਹ ਇਕੁਏਸ਼ਨ ਕਿਹੜੀ ਹੈ, x = x + 1 + u ਡੈਲਟਾ x। ਡੈਲਟਾ x ਬੋਲਦੇ ਨੇ ਅਸੀਂ x2 - x1 ਨੂੰ, ਤੇ ਡੈਲਟਾ y। ਤਾਂ ਇਹਦੇ ਵਿੱਚ u ਕੀ ਹੈ, u ਪੈਰਾਮੀਟਰ ਆ ਫॉर ਇੰਟਰਸੈਕਸ਼ਨ। ਜਦੋਂ ਅਸੀਂ ਕਲਿੱਪਿੰਗ ਕਰਾਂਗੇ ਤਾਂ ਉਦੋਂ ਅਸੀਂ ਇਸਨੂੰ ਯੂਜ਼ ਕਰਾਂਗੇ। ਜਿਹੜੀ u ਦੀ ਰੇਂਜ ਹੈ ਉਹ 0 ਤੋਂ 1 ਤੱਕ ਹੋ ਸਕਦੀ ਹੈ, ਕਲੀਅਰ ਹੈ। ਤੇ ਜੇਕਰ ਜਿਹੜੀ ਤੁਹਾਡੀ u ਦੀ ਵੈਲਿਊ ਆ ਗਈ ਉਹ 0 ਤੋਂ 1 ਦੇ ਵਿੱਚ ਨਹੀਂ ਆ ਰਹੀ, ਠੀਕ ਹੈ, ਤਾਂ ਦੈਟ ਮੀਨਸ ਜਿਹੜੀ ਤੁਹਾਡੀ ਲਾਈਨ ਆ ਉਹ ਐਂਟਰ ਨਹੀਂ ਹੋ ਰਹੀ ਵਿੰਡੋ ਦੇ ਵਿੱਚ। ਜੇਕਰ ਤੁਹਾਡੀ ਜਿਹੜੀ u ਦੀ ਵੈਲਿਊ ਆ ਗਈ, ਵੇਟ ਓਕੇ, ਜੇਕਰ ਤੁਹਾਡੀ u ਦੀ ਜਿਹੜੀ ਵੈਲਿਊ ਆ ਉਹ ਰੇਂਜ ਦੇ ਵਿੱਚ ਹੈ ਤਾਂ ਫਿਰ ਅਸੀਂ ਦੇਖਾਂਗੇ ਕਿ ਜੇ ਤਾਂ ਉਹ 0 ਆ, ਠੀਕ ਹੈ, ਇਹਦਾ ਮਤਲਬ ਜਿਹੜੇ ਕੋਆਰਡੀਨੇਟਸ ਨੇ ਉਹ ਇਕੁਅਲ ਹੈਗੇ ਤੁਹਾਡੇ x1 y1 ਦੇ। ਜੇਕਰ u ਦੀ ਵੈਲਿਊ 1 ਆ ਰਹੀ ਹੈ ਤਾਂ ਉਹ ਦੂਜੇ ਐਂਡ ਪੁਆਇੰਟ ਦੇ ਇਕੁਅਲ ਆ x2 y2 ਦੇ। ਮਤਲਬ ਜੇ ਰੇਂਜ ਦੇ ਵਿੱਚ ਹੈ ਵੈਲਿਊ ਤਾਂ ਦੈਟ ਮੀਨਸ ਅਸੀਂ ਕਹਾਂਗੇ ਕਿ ਲਾਈਨ ਵਿੱਚ ਆ ਰਹੀ ਹੈਗੀ, ਅਦਰਵਾਈਜ਼ ਲਾਈਨ ਨਹੀਂ ਆ ਰਹੀ ਤੁਹਾਡੀ ਬਾਉਂਡਰੀ ਦੇ ਵਿੱਚ। ਐਸੀ ਇਕੁਏਸ਼ਨ ਨੂੰ ਯੂਜ਼ ਕਰਾਂਗੇ ਅਸੀਂ ਅਗਲੀਆਂ ਐਲਗੋਰਿਦਮਸ ਦੇ ਵਿੱਚ ਵੀ। ਤਾਂ ਆਹ ਬੇਸਿਕਸ ਕਰਨ ਤੋਂ ਬਾਅਦ ਹੁਣ ਇਕੱਲੀ ਇਹ ਪੈਰਾਮੀਟਰ ਜਿਹੜੀ ਅਸੀਂ ਇਕੁਏਸ਼ਨ ਦੇਖੀ ਹੈ ਉਹ ਇਕੁਏਸ਼ਨ ਨੂੰ ਵੀ ਅਸੀਂ ਯੂਜ਼ ਕਰਾਂਗੇ। ਬਟ ਮੇਨ ਅਸੀਂ ਤਿੰਨ ਤਰ੍ਹਾਂ ਦੇ ਐਲਗੋਰਿਦਮਸ ਇਹਦੇ ਵਿੱਚ ਕਰਾਂਗੇ। ਕੋਹਨ ਸਦਰਲੈਂਡ ਦੀ ਇਹਨੇ ਲਾਈਨ ਕਲਿੱਪਿੰਗ ਦੀ ਐਲਗੋਰਿਦਮ ਦਿੱਤੀ ਹੈ, ਮਿਡ ਪੁਆਇੰਟ ਦੀ ਤੇ ਲੈਂਗਵਰਕਸ ਦੀ। ਇਹਨਾਂ ਤਿੰਨਾਂ ਐਲਗੋਰਿਦਮ ਦੇ ਨਾਲ ਅਸੀਂ ਲਾਈਨ ਕਲਿੱਪਿੰਗ ਦੇਖਣੀ ਆ। ਹੁਣ ਅੱਜ ਦਾ ਸਾਡਾ ਮੇਨ ਟੌਪਿਕ ਹੈ ਕੋਹਨ ਸਦਰਲੈਂਡ ਲਾਈਨ ਕਲਿੱਪਿੰਗ ਐਲਗੋਰਿਦਮ, ਕਿ ਕਿੱਦਾਂ ਲਾਈਨ ਕਲਿੱਪ ਕੀਤੀ ਜਾਂਦੀ ਹੈ, ਕਿੱਦਾਂ ਅਸੀਂ ਡਿਸਾਈਡ ਕਰ ਰਹੇ ਹਾਂ ਕਿ ਜੇਕਰ ਸਾਡੀ ਇੱਕ ਲਾਈਨ ਆ ਰਹੀ ਹੈ, ਸਪੋਜ਼ ਕਰੋ ਇੱਕ ਬਾਉਂਡਰੀ ਦੇ ਵਿੱਚ ਦੀ ਜਾ ਰਹੀ ਹੈ, ਠੀਕ ਹੈ, ਆਪਾਂ ਕਹਿ ਤਾਂ ਦਿੱਤਾ ਕਿ ਇਹਨੂੰ ਕਲਿੱਪ ਕਰ ਦਿਓ, ਠੀਕ ਹੈ। ਐਕਸ ਦਾ ਸਾਨੂੰ ਇੱਥੋਂ ਪਤਾ ਲੱਗ ਹੀ ਜਾਊਗਾ, ਚਲੋ ਇੰਨਾ ਆਪਾਂ ਐਕਸ ਰੱਖ ਲੈਣੇ ਜਿੰਨਾ ਬਾਉਂਡਰੀ ਸਾਡੀ ਲਾਸਟ। ਵਾਈ ਦੀ ਵੈਲਿਊ ਇੱਥੇ ਕਿੰਨੀ ਹੋਊਗੀ ਇਹ ਡਿਸਾਈਡ ਕਰਨਾ ਸਾਰਾ ਕੰਮ ਹੈ ਤੁਹਾਡੀ ਲਾਈਨ ਐਲਗੋਰਿਦਮਸ ਦਾ। ਤਾਂ ਕੋਹਨ ਸਦਰਲੈਂਡ ਕੀ ਹੈ, ਕੋਹਨ ਤੇ ਸਦਰਲੈਂਡ ਦੋ ਪਰਸਨਸ ਦੇ ਨਾਮ ਨੇ ਬੇਟਾ ਜਿਨ੍ਹਾਂ ਨੇ ਲਾਈਨ ਕਲਿੱਪਿੰਗ ਐਲਗੋਰਿਦਮ ਨੂੰ ਡਿਵੈਲਪ ਕੀਤਾ, ਦੋਨੋਂ ਮੈਥਮੈਟੀਸ਼ੀਅਨਸ ਨੇ। ਤਾਂ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਸੀਂ ਤੁਹਾਡੀ ਜਿਹੜੀ ਬਾਉਂਡਰੀ ਤੁਹਾਡੀ ਵਿੰਡੋ ਹੈ ਉਹਨੂੰ ਆਪਾਂ 9 ਪਾਰਟਸ ਦੇ ਵਿੱਚ ਡਿਵਾਈਡ ਕੀਤਾ, ਠੀਕ ਹੈ। ਅੱਜ ਤੁਹਾਡਾ ਹੋ ਗਿਆ ਵਿੰਡੋ ਦਾ ਏਰੀਆ। ਇਸ ਤੋਂ ਇਲਾਵਾ ਟੌਪ ਲੈਫਟ, ਟੌਪ ਸੈਂਟਰ, ਟੌਪ ਰਾਈਟ, ਇਹ ਤਾਂ ਪਤਾ ਹੀ ਹੈ ਨਾ ਜੋ ਵਿੰਡੋ ਦੀ ਜਿੱਧਰਲੀ ਸਾਈਡ ਆ ਰਿਹਾ। ਹੁਣ ਇਹ ਲੈਫਟ ਵੀ ਹੈ, ਸੈਂਟਰ ਵੀ ਹੈ, ਤਾਂ ਲੈਫਟ ਸੈਂਟਰ, ਇਹ ਰਾਈਟ ਹੈ ਤੇ ਸੈਂਟਰ ਹੈ ਤਾਂ ਰਾਈਟ ਸੈਂਟਰ, ਇਹ ਰਾਈਟ ਹੈ ਤੇ ਬਟ ਬਾਟਮ ਵੀ ਹੈ ਤਾਂ ਬਾਟਮ ਰਾਈਟ, ਬਾਟਮ ਸੈਂਟਰ, ਬਾਟਮ ਲੈਫਟ। ਇਹ 9 ਹਿੱਸੇ ਅਸੀਂ ਡਿਵਾਈਡ ਕੀਤੇ ਬਾਉਂਡਰੀ ਦੇ। ਹੁਣ ਤੁਸੀਂ ਕੀ ਕਰਨਾ, ਇੱਕ 4 ਬਿਟ ਕੋਡ ਅਸਾਈਨ ਕਰਨਾ ਜਿਹਨੂੰ ਅਸੀਂ ਰੀਜ਼ਨ ਕੋਡ ਜਾਂ ਆਊਟ ਕੋਡ ਬੋਲਦੇ ਹਾਂ। ਹੁਣ ਉਹ 4 ਬਿਟ ਤੁਹਾਡਾ ਕੋਡ ਦੇ ਵਿੱਚ ਤੁਹਾਨੂੰ ਪੋਜੀਸ਼ਨਸ ਦੇਖ ਕੇ ਦੱਸਣਾ, ਜਿਹੜੀਆਂ ਪੋਜੀਸ਼ਨਸ ਆਪਾਂ ਦੇਖਾਂਗੇ ਨਾ ਐਸੇ ਅਕੋਰਡਿੰਗ ਆਪਾਂ ਕੋਡ ਬਿਟ ਅਸਾਈਨ ਕਰਾਂਗੇ। ਤੇ ਕੋਡ ਬਿਟ ਤੁਹਾਡਾ ਆ ਹੋਊਗਾ 4 ਨੰਬਰਸ ਦਾ ਹੋਊਗਾ, ਠੀਕ ਹੈ, ਜਿਹਦੇ ਵਿੱਚ ਪਹਿਲਾ ਹੋਊਗਾ ਲੈਫਟ, ਰਾਈਟ, ਬਾਟਮ, ਟੌਪ। TBRL ਯਾਦ ਤੁਸੀਂ ਰੱਖ ਲਓ, TBRL ਦੇ ਅਕੋਰਡਿੰਗ ਆਪਾਂ ਕੋਡ ਅਸਾਈਨ ਕਰਨਾ। ਕਿਵੇਂ ਦੇਖਦੇ ਹਾਂ ਆਪਾਂ, ਪਹਿਲਾਂ ਐਗਜ਼ਾਮਪਲ ਦੇ ਵਿੱਚ ਕੋਡ ਅਸਾਈਨ ਕਰਨੇ। ਹੁਣ ਸਪੋਜ਼ ਕਰੋ ਬੇਟਾ ਮੇਰੀ ਆਹ ਵਾਲੀ ਜਿਹੜੀ ਲਾਈਨ ਹੈ ਮੈਨੂੰ ਕੋਡ ਅਸਾਈਨ ਕੀਤਾ ਹੈਗਾ, ਦੇਖਿਓ ਜੀ ਪੁਆਇੰਟ ਨੂੰ। ਤਾਂ ਮੈਂ ਜੀ ਪੁਆਇੰਟ ਨੂੰ ਇਹ ਕੋਡ ਕਿਉਂ ਦਿੱਤਾ, ਪਹਿਲੀ ਗੱਲ TBRL ਯਾਦ ਰੱਖਣਾ, TBRL ਇਹਦੇ ਅਕੋਰਡਿੰਗ ਦੇਣੇ ਆ। ਜੇ ਅਸੀਂ ਜੀ ਨੂੰ ਦੇਣ ਲੱਗੇ ਹਾਂ ਤਾਂ ਦੇਖੋ ਕੀ ਇਹ ਲੈਫਟ ਹੈ, ਲੈਫਟ ਤਾਂ ਹੈ ਨਹੀਂ ਤਾਂ ਸੈਂਟਰ ਹੈ, ਤਾਂ ਇੱਥੇ 0 ਕਰ ਲਓ। ਕੀ ਇਹ ਰਾਈਟ ਹੈ, ਉਹ ਵੀ ਨਹੀਂ ਹੈਗਾ, 0 ਕਰ ਦਿਓ। ਕੀ ਇਹ ਬਾਟਮ ਹੈ, ਨਹੀਂ ਹੈਗਾ, 0 ਕਰ ਦਿਓ। ਕੀ ਇਹ ਟੌਪ ਆ, ਹੈਗਾ, ਤਾਂ ਇਹਦਾ ਕੋਡ ਬਣ ਗਿਆ 100। ਇੱਦਾਂ ਹੀ ਬੇਟਾ ਸਪੋਜ਼ ਕਰੋ ਮੈਂ F ਨੂੰ ਕੋਡ ਅਸਾਈਨ ਕਰਨਾ, ਫਿਰ ਉਸੇ TBRL ਅਕੋਰਡਿੰਗ ਚੱਲੋ। ਕੀ ਇਹ ਲੈਫਟ ਹੈ, ਨਹੀਂ ਹੈ ਤਾਂ 0 ਕਰ ਦਿਓ। ਕੀ ਇਹ ਰਾਈਟ ਹੈ, ਓਬੀਅਸ ਹੈ ਰਾਈਟ ਹੈਂਡ ਸਾਈਡ ਹੈ, ਤੈਨੂੰ 1 ਕਰੋ। ਕੀ ਇਹ ਬਾਟਮ ਹੈ, ਨਹੀਂ ਹੈ। ਕੀ ਇਹ ਟੌਪ 'ਚ ਹੈ, ਨਹੀਂ ਹੈ ਤਾਂ 0।
यानी कि आ कोड असाइन हो गया। ये जो कोड है तो TBRL अकॉर्डिंग ही रहूगा। क्लीयर है। तो इस अकॉर्डिंग असीं सब ਜਿਹੜੇ ਹੈਗੇ पॉइंट्स ने उन्होंने असीं कोड असाइन करना हुंदा D C जिन्ने भी तुहाडे पॉइंट्स आ रहे हैं, ठीक है। कोई लाइन विच है, ये कित्थों पता लगूगा जे जिहड़ी बाउंड्री है ना विंडो की, वो बाउंड्री का कोड हुंदा 0000, क्योंकि ना वो लैफ्ट आ, ना राइट आ, ना टॉप आ, ना बॉटम है, ठीक है। TBRL अकॉर्डिंग तो कुछ भी नहीं हैगा वो, तां करके बाउंड्री का अंदरला कोड रहूगा 4 zeros, बाकी कोड तुसीं उस अकॉर्डिंग असाइन करोगे। क्लीयर। हुण की नैक्सट आउंदा कि असीं ये कहना चाहुंदे हां कि लाइन कोई कंप्लीटली विच है, तो देखो बहुत ईजी है। असीं कहांगे जे लाइन के दोनों एंड पॉइंट का रीजन कोड 0000 बन रहा है, दैट मीनस लाइन पूरी विच है। जे किसी एक का 00 बने है ना, बाकी जी हैगी कोई होर कोड बने, दैट मीनस लाइन विच भी है तो बाहर भी है। हो सकता हुण लाइन इदां दी होवे जिहदे दोनों रीजन कोड दा कोड तो 00 नहीं बनना, बट हाँ लाइन विच जरूर जा रही है, इन्नी कुछ लाइन तो साडी विच होके गई है ना। तो ये सब कुछ देखना, क्लिपिंग करना, एक होर सदरलैंड के एल्गोरिथम दे विच असीं करांगे। हुण 4 बिट कोड असाइन करन तो बाद फिर तुसीं लाइन नूं चैक करना हुंदा। क्लीयर। तो लाइन नूं चैक असीं कर देंगे। ओके, पहले तो 4 बिट कोड असीं देख लिया किसी किवें असाइन कीता सी, उस अकॉर्डिंग बिट्स ने बेटा तो आपां डिस्कस कर लिया। हुण अगे आउंदा कि वर्क किवें करूगी। वर्किंग के लिए जिवें तुहानूं मैं पहलां कहा कि जेकर किसी लाइन के दोनों एंड पॉइंट्स का रीजन कोड 4 zeros बन रहा है, दैट मीनस लाइन कंप्लीटली इनसाइड द विंडो है, उन्हें एक्सैप्ट कर लो, ठीक है। दूसरा केस, जे दोनों एंड पॉइंट 0 नहीं है तो एक चीज़ चैक करो कि सेम बिट पोजीशन ते 1 आ रहा किसी का, ठीक है। जे आ रहा दैट मीनस वो पूरी की पूरी आउटसाइड द विंडो है, उन्होंने रिजैक्ट कर दो। दोबारा रिपीट कर रही हूँ मैं, इधर देखो C ते D के केस 1 1 एक ही जगह ते आया ना, यदि भी L वाली पोजीशन ते 1 है, यदि भी L वाली पोजीशन ते 1 है, दैट मीनस लाइन कंप्लीटली आउटसाइड है, तुसीं इहनूं कर दो रिजैक्ट। आई होप तुसीं समझ गए। ऐं GH का जे मैं देखा बेटा केस, यदि फस्ट पोजीशन है टॉप वाली पोजीशन ते 1 है, यदि भी टॉप वाली पोजीशन ते 1 है, एक ही जगह ते 1 1 आ रहा ना। देखो किद्दां बोल रही हूँ मैं, यदा कोड है आ वाला, H का कोड है आ वाला, एक ही जगह ते 1 आ रहा, दैट मीनस लाइन कंप्लीटली आउटसाइड द विंडो आ, उन्होंने रिजैक्ट कर दो। ये भी होया क्लीयर। हुण इन्ना करन तो बाद तीसरा केस आउंदा, हुण कई बार लाइन साडी पार्शियल भी तो हो सकती है ना, कि कोई लाइन तुहाडी पार्शियल है, तो उहदे लई जां क्लिपिंग करन दे लई तुसीं एक लॉजिकल एंड ऑपरेशन लाओगे। लॉजिकल एंड ऑपरेशन मतलब की है, तुसीं लाइन दे दोनों एंड पॉइंट चक्को, चक के उहदा एंड करो। एंड करन तो बाद जे तुहाडे कोल 4 zeros नहीं आ रही, दैट मीनस लाइन कंप्लीटली आउटसाइड है। ये उही चीज़ का चैक है जो तुसीं मैं तुहानूं पहलां दस्सिआ, दैट मीनस लाइन आउटसाइड बाउंड्री उन्होंने रिजैक्ट कर दो। बट जे 4 zeros आ गईयां, मतलब दोनों एंड पॉइंट तो 4 0 दे विच नहीं सी, बट जदों असीं उन्हां दा एंड किया तो 4 zeros आ गईयां। 4 zeros आ गईयां मतलब एक ही जगह तो उहदा 1 नहीं हैगा, सिंपली गल है बहुत। 4 zeros तां आउणगीਆਂ जे दो नंबरस का एक बिट पोजीशन ते 1 नहीं आ रहा, तो उस लाइन नूं हुण असीं चैक करांगे कि उहदे कितना हिस्सा साडी बाउंड्री दे विच है, कितना हिस्सा असीं उहदा डिसकार्ड करना, कितना पोर्शन असीं उहदा रखना है, वो चीज़ डिसाइड करनी हुण साडा मेन काम चलूगा। क्लीयर। तो हुण तक जो असीं केस डिस्कस किए, पहला बेटा 4 बिट रीजन कोड असाइन कर दो। 4 बिट रीजन कोड असाइन करने तो बाद चैक करो जो दोनों एंड पॉइंट 0000 दे विच आ रहे, दैट मीनस लाइन कंप्लीटली इनसाइड है। जे तुहाडी बाउंड मतलब जे एक ही सेम बिट पोजीशन ते किसी दा 1 आ रहा, दैट मीनस जिहड़ी लाइन है वो आउटसाइड द बाउंड्री है, उन्होंने तुसीं कर दो रिजैक्ट। जां इस नूं असीं एंड दे नाल भी चैक कर सकते हैं, जिवें G ते H है, इहदा एंड करके देखो, जे एंड करन तो बाद 4 zeros का रिजल्ट नहीं आ रहा, दैट मीनस लाइन कंप्लीटली आउटसाइड है। जे आ रहा फिर असीं इहदा इंटरसैक्शन पॉइंट चैक करांगे। हुण इंटरसैक्शन पॉइंट चैक करन लई भी ध्यान नाल सुणिओ। देखो जे तां जिहड़ी साडी लाइन है बेटा वो वर्टिकल बाउंड्री नहीं कट्टी, वर्टिकल बाउंड्री आ हो गया ना, ठीक है। वेट मैंने कलर चेंज, हाँ आ सपोज करो मेरी हॉरिजॉन्टल बाउंड्री है ब्लू, रैड मेरी वर्टिकल बाउंड्री है। मैं क्या जे कोई मेरी लाइन जी हैगी वो मेरी हॉरिजॉन्टल वर्टिकल बाउंड्री कट रही है, मान लो इत्थे बाउंड्री कट गई, ठीक है। हुण मैंने इन्हां दोनों एंड पॉइंट्स की वैल्यू तो पता कि ना,
ਸਪੋਜ਼ ਕਰੋ ਪਹਿਲੇ ਐਂਡ ਪੁਆਇੰਟ ਦੀ ਜਿੱਥੇ ਮੇਰੀ ਵੈਲਿਊ ਹੈਗੀ ਉੱਥੇ ਮੇਰੀ x ਦੀ ਵੈਲਿਊ 50 ਹੈ, y ਦੀ ਵੈਲਿਊ ਸਪੋਜ਼ ਕਰੋ ਉੱਥੇ ਮੇਰੀ 40 ਹੈ। ਇਹਦੇ ਦੂਜੇ ਐਂਡ ਪੁਆਇੰਟ 'ਤੇ ਠੀਕ ਹੈ ਮੇਰੀ ਲਾਈਨ ਦੀ ਜਿਹੜੀ ਵੈਲਿਊ ਜਾ ਰਹੀ ਹੈ, ਸਪੋਜ਼ ਕਰੋ x ਮੇਰਾ 70 ਹੈ, y ਮੇਰਾ 30 ਹੈ। ਹੁਣ ਦੇਖੋ ਇੱਕ ਸਿੰਪਲ ਜੀ ਗੱਲ ਹੈ ਪੁੱਤ, ਮੈਨੂੰ ਇਹ ਤਾਂ ਪਤਾ ਕਿ x ਦੀ ਵੈਲਿਊ ਤਾਂ ਮੈਂ ਸਿੰਪਲ ਚੈੱਕ ਕਰ ਸਕਦੀ ਹਾਂ ਵੀ ਭਾਈ ਇੱਥੋਂ ਤੱਕ ਹੀ ਜਦੋਂ ਮੇਰੀ ਬਾਊਂਡਰੀ ਹੀ ਇੱਥੋਂ ਤੱਕ ਸਪੋਜ਼ ਕਰੋ 60 ਤੱਕ ਹੀ ਮੇਰੀ ਬਾਊਂਡਰੀ ਹੈ, ਦੈਟ ਮੀਨਸ ਅਗਲੀ ਲਾਈਨ ਤਾਂ ਮੈਨੂੰ ਚਾਹੀਦੀ ਨਹੀਂ। ਉੱਥੇ x ਦੀ ਵੈਲਿਊ ਤਾਂ ਮੈਨੂੰ ਪਤਾ, ਜਾਂ ਮੈਂ ਮਿਨ ਰੱਖੂੰਗੀ ਜਾਂ ਮੈਂ ਮੈਕਸ ਰੱਖੂੰਗੀ। ਮੈਕਸ ਤਾਂ ਰੱਖੂ ਜੇ ਉਹਨੇ ਇੱਧਰਲੀ ਬਾਊਂਡਰੀ ਕੱਟੀ ਹੈ, ਮਿਨ ਤਾਂ ਰੱਖੂ ਜੇ ਉਹਨੇ ਇੱਧਰਲੀ ਬਾਊਂਡਰੀ ਕੱਟੀ ਹੈ। x ਤਾਂ ਪਤਾ ਹੈ ਨਾ ਵੀ ਸਭ ਤੋਂ ਜਾਂ ਤਾਂ ਛੋਟਾ ਰੱਖ ਲਓ ਜਾਂ ਸਭ ਤੋਂ ਵੱਡਾ ਰੱਖ ਲਓ, ਕਲੀਅਰ। ਬਟ ਹੁਣ y ਦੀ ਵੈਲਿਊ ਨਹੀਂ ਨਾ ਪੁੱਤ ਮੈਨੂੰ ਕਿਤੋਂ ਪਤਾ ਲੱਗ ਰਹੀ, ਕਿਉਂਕਿ ਮੇਰੀ ਲਾਈਨ ਸਟ੍ਰੇਟ ਤਾਂ ਹੈ ਨਹੀਂ ਗੀ। 40 ਤੋਂ 30 ਤੱਕ ਦਾ ਜਿਹੜਾ ਫਰਕ ਸੀ, ਬਟ ਆਹ ਇੰਟਰਸੈਕਸ਼ਨ ਕਿੱਥੇ ਹੋਈ ਹੈ ਬਾਊਂਡਰੀ ਨਾਲ, ਉੱਥੇ ਉਸ ਦੇ ਵਿੱਚ ਮੈਨੂੰ y ਕੰਪਿਊਟ ਕਰਨੀ ਪਊ। ਤਾਂ y ਕੰਪਿਊਟ ਕਰਨ ਦਾ ਮੇਰਾ ਫਾਰਮੂਲਾ ਆ ਵਾਲਾ ਰਹੂਗਾ। ਤਾਂ ਫਾਰਮੂਲਾ ਇੱਥੇ ਮੇਰਾ ਕੀ ਰਹੂਗਾ, y1 ਮਤਲਬ y ਦਾ ਪਹਿਲਾ ਪੁਆਇੰਟ y1 ਪਲੱਸ m xi ਮਾਈਨਸ x1। ਤੇ ਜੇ ਮੇਰੀ ਜਿਹੜੀ ਲਾਈਨ ਆ ਉਹ ਹੌਰੀਜ਼ੋਂਟਲ ਬਾਊਂਡਰੀ ਕੱਟੇ ਤਾਂ ਓਬੀਅਸ ਹੌਰੀਜ਼ੋਂਟਲ ਬਾਊਂਡਰੀ ਨੇ ਉਦੋਂ ਕੱਟੀ ਹੈ ਜਦੋਂ y ਦੀ ਵੈਲਿਊ ਤੁਹਾਨੂੰ ਪਤਾ ਲੱਗੂ, ਜਾਂ ਅਸੀਂ ਮਿਨ ਮੰਨ ਲਾਂਗੇ ਜਾਂ ਮੈਕਸ ਮੰਨ ਲਾਂਗੇ। ਠੀਕ ਹੈ ਵੀ ਉਹਨੇ ਆਹ ਵਾਲੀ ਬਾਊਂਡਰੀ ਕੱਟੀ ਹੈ, ਜੋ ਉੱਪਰੋਂ ਬਾਊਂਡਰੀ ਕੱਟੀ ਹੈ। x ਸਾਨੂੰ ਕੰਪਿਊਟ ਕਰਨਾ ਪਊ ਕਿ x ਇਹ ਕਿੱਥੇ ਕੱਟ ਰਿਹਾ ਹੈਗਾ, ਉਹਦੇ ਵਿੱਚ ਅਸੀਂ x ਦਾ ਫਾਰਮੂਲਾ ਲਾਵਾਂਗੇ, y ਨੂੰ ਤੁਸੀਂ ਮਿਨ ਜਾਂ ਮੈਕਸ ਮੰਨਾਂਗੇ। ਕਲੀਅਰ। ਤੇ ਇਹ ਸੀ ਸਾਡਾ ਕੈਲਕੂਲੇਸ਼ਨਸ ਦਾ ਤਰੀਕਾ। ਹੁਣ ਐਗਜ਼ਾਮਪਲ ਦੇ ਵਿੱਚ ਇਹੀ ਐਗਜ਼ਾਮਪਲ ਡਿਸਕਸ ਕੀਤੀ ਹੋਈ ਤੁਹਾਡੀ, ਤੁਸੀਂ ਐਗਜ਼ਾਮਪਲ ਇੱਕ ਵਾਰ ਚੈੱਕ ਕਰ ਲਓ ਕ੍ਰੋਸ ਲਾਈਨਸ ਸਾਰੀਆਂ। ਉਸ ਤੋਂ ਬਾਅਦ ਇੰਨਾ ਹੀ ਲਾਈਨਸ ਦਾ ਬੇਟਾ ਦੱਸਿਆ ਹੋਇਆ, ਸਾਰੀਆਂ ਲਾਈਨਸ ਦੇ ਅਕੋਰਡਿੰਗ ਇਹਨਾਂ ਨੇ ਜਿਵੇਂ ਤੁਹਾਡੀ ਪਹਿਲੀ ਕੇਸ ਚੱਕਿਆ, ਜੇ ਚਾਰੇ ਜ਼ੀਰੋਜ਼ ਆਈਆਂ ਤਾਂ ਐਂਡ ਆਪਰੇਸ਼ਨ ਕਰਨ ਦੀ ਲੋੜ ਹੀ ਨਹੀਂ, ਪਤੀ ਹੈ ਲਾਈਨ ਪੂਰੀ ਵਿਜ਼ੀਬਲ ਹੈ, ਉਹਨੂੰ ਰੱਖ ਲਓ। ਦੂਸਰਾ ਹੁੰਦਾ ਬੇਟਾ ਪਹਿਲਾ ਐਂਡ ਪੁਆਇੰਟ ਤਾਂ 4 ਜ਼ੀਰੋਜ਼ ਹੈਗਾ, ਦੂਜਾ ਐਂਡ ਪੁਆਇੰਟ 4 ਜ਼ੀਰੋ ਨਹੀਂ ਹੈਗਾ, ਐਂਡ ਤਾਂ ਅਸੀਂ ਉੱਥੇ ਵੀ ਨਹੀਂ ਕਰਾਂਗੇ, ਮਤਲਬ ਲਾਈਨ ਪਾਰਸ਼ਲੀ ਵਿਜ਼ੀਬਲ ਹੈ, ਸਾਨੂੰ ਪਤਾ ਲੱਗ ਗਿਆ। ਤੁਸੀਂ ਅੱਗੇ ਉਹਦੀ ਕੈਲਕੂਲੇਸ਼ਨਸ ਕਰੋ। ਜੇ ਪਹਿਲਾ ਵੀ ਐਂਡ ਪੁਆਇੰਟ ਨੋਨ ਜ਼ੀਰੋ ਆ, ਦੂਜਾ ਐਂਡ ਪੁਆਇੰਟ ਵੀ ਨੋਨ ਜ਼ੀਰੋ ਆ, ਅਤੇ ਜਿਹੜਾ ਤੁਹਾਡਾ ਐਂਡ ਹੈ ਉਹ ਵੀ ਜਿਹੜਾ ਹੈਗਾ ਨੋਨ ਜ਼ੀਰੋ ਆ ਗਿਆ, ਦੈਟ ਮੀਨਸ ਲਾਈਨ ਕੰਪਲੀਟਲੀ ਬਾਹਰ ਹੈ, ਰਿਜੈਕਟ ਕਰ ਦਿਓ। ਪਹਿਲਾ ਐਂਡ ਪੁਆਇੰਟ ਨੋਨ ਜ਼ੀਰੋ ਆ, ਦੂਜਾ ਐਂਡ ਪੁਆਇੰਟ ਵੀ ਨੋਨ ਜ਼ੀਰੋ, ਬਟ ਜਦੋਂ ਐਂਡ ਕੀਤਾ ਉਦੋਂ ਸਾਡੇ ਕੋਲ 4 ਜ਼ੀਰੋਜ਼ ਆ ਗਈਆਂ, ਦੈਟ ਮੀਨਸ ਲਾਈਨ ਅੱਧੀ ਬਾਹਰ ਅੱਧੀ ਅੰਦਰ ਹੈ। ਤਾਂ ਸਾਨੂੰ ਉਹ ਮਤਲਬ ਹੋ ਸਕਦਾ ਅੱਧੀ ਬਾਹਰ ਅੱਧੀ ਅੰਦਰ ਹੋਵੇ, ਗਰੰਟਡ ਤਾਂ ਨਹੀਂ, ਬਟ ਫਿਰ ਅਸੀਂ ਉਹਨੂੰ ਅੱਗੇ ਫਿਰ ਚੈੱਕ ਕਰਾਂਗੇ। ਤਾਂ ਐਸੀ ਦੀ ਐਗਜ਼ਾਮਪਲ ਤੁਹਾਨੂੰ ਇੱਥੇ ਦਿੱਤੀ ਹੋਈ ਹੈ। ਹੁਣ ਸਦਰਲੈਂਡ ਦੇ ਨਾਲ ਇੱਕ ਐਲਗੋਰਿਦਮ ਇੱਕ ਐਗਜ਼ਾਮਪਲ ਸੋਲਵ ਕਰਨੀ ਹੈ, ਜਿਸ ਵਿੱਚ A ਪੁਆਇੰਟ A ਵਾਲਾ ਲਾਈਨ ਦਾ B ਪੁਆਇੰਟ ਦੀ ਤੁਹਾਨੂੰ ਵੈਲਿਊ ਦਿੱਤੀ ਹੈ, ਤੁਹਾਡੀ ਬਾਊਂਡਰੀ ਦਿੱਤੀ ਹੋਈ ਹੈ ਕਿ ਆ ਬਾਊਂਡਰੀ ਦੀ ਮਿਨੀਮਮ ਮੈਕਸਿਮਮ ਵੈਲਿਊ ਕਿੰਨੀ ਹੈ। ਹੁਣ ਆਹ ਐਗਜ਼ਾਮਪਲ ਦੇ ਵਿੱਚ ਦੇਖੀਏ, x ਤਾਂ ਦੇਖੋ ਬੇਟਾ ਮੈਨੂੰ ਕਲੀਅਰਲੀ ਪਤਾ ਲੱਗ ਰਿਹਾ ਕਿ ਜਦੋਂ x ਮੇਰੇ ਲਾਰਜੈਸਟ ਹੀ x 80 ਆ, ਤਾਂ ਮੈਂ ਹੁਣ ਜਦੋਂ ਇਸ ਲਾਈਨ ਨੂੰ ਇੱਥੇ B ਡੈਸ਼ ਤੱਕ ਕੱਟੂਗੀ, ਮੈਨੂੰ ਪਤਾ ਮੇਰੀ B ਡੈਸ਼ ਦੀ x ਦੀ ਵੈਲਿਊ 80 ਹੋਊਗੀ, ਬਟ y ਨਹੀਂ ਮੈਨੂੰ ਪਤਾ ਲੱਗ ਪਾ ਰਿਹਾ ਕਿ ਇੱਥੇ ਮੇਰੀ y 20 ਸੀ, ਇੱਥੇ 10 ਆ, ਹੁਣ ਮੈਂ ਇੱਥੇ ਕਿੰਨੀ ਕੁ ਮੇਰੀ ਵੈਲਿਊ ਆਊਗੀ y ਦੀ, ਤਾਂ ਉਹ ਆਪਾਂ ਕੰਪਿਊਟ ਕਰਾਂਗੇ ਜੋ ਐਗਜ਼ਾਮਪਲ ਅੱਗੇ ਡਿਸਕਸ ਕੀਤੀ ਹੈ। ਤਾਂ ਉਹਦੇ ਵਿੱਚ ਅਸੀਂ ਕੀ ਕੀਤਾ ਹੈਗਾ, ਤੁਹਾਡੇ ਦੋਨੋਂ ਐਂਡ ਪੁਆਇੰਟਸ ਨੇ, ਤੁਹਾਡੀ ਬਾਊਂਡਰੀ ਦਿੱਤੀ ਹੋਈ ਹੈ, A ਦਾ ਜਿਹੜਾ ਰੀਜ਼ਨ ਕੋਡ ਆ 4 ਜ਼ੀਰੋਜ਼ ਬਣ ਰਿਹਾ, B ਦਾ 4 ਜ਼ੀਰੋਜ਼ ਨਹੀਂ ਬਣ ਰਿਹਾ, ਐਂਡ ਆਪਰੇਸ਼ਨ ਕੀਤਾ ਤਾਂ 4 ਜ਼ੀਰੋਜ਼ ਆਈਆਂ। ਹੁਣ ਜਾਨੀ ਕਿ ਅਸੀਂ ਇਹਦਾ ਪਾਰਸ਼ੀਅਲ ਵਿਜ਼ੀਬਲ ਹੈ, ਅੱਧੀ ਹੈ ਵਿਜ਼ੀਬਲ ਅੱਧੀ ਨਹੀਂ। ਹੁਣ ਅਸੀਂ ਇਹਦਾ ਕੰਪਿਊਟ ਕਰਨਾ, ਤਾਂ ਅਸੀਂ ਸਲੋਪ ਚੈੱਕ ਕੀਤਾ ਜਿਹੜਾ ਸਾਡਾ ਲਾਈਨ ਦਾ, ਠੀਕ ਹੈ। ਸਾਨੂੰ ਬਾਊਂਡਰੀ ਚੈੱਕ ਕਰਨੀ ਹੈ ਨਾ ਕਿ ਉਹਨੇ ਕਿਹੜੀ ਬਾਊਂਡਰੀ ਕੱਟ ਰਹੀ ਆ, ਉਹ ਸਾਨੂੰ ਪਤਾ ਲੱਗੂ ਇਹਦੇ ਸਲੋਪ ਤੋਂ। ਕਲੀਅਰ। ਤਾਂ ਕੈਲਕੂਲੇਸ਼ਨਸ ਕੀਤੀਆਂ ਤਾਂ ਸਾਡੀ ਜਿਹੜੀ y ਦੀ ਵੈਲਿਊ ਘੱਟ x ਦੀ ਵੈਲਿਊ ਵੱਧ ਆ ਰਹੀ ਹੈ, ਯਾਨੀ ਕਿ ਨੈਗੇਟਿਵ ਦੇ ਵਿੱਚ ਜਿਹੜਾ ਸਾਡਾ ਸਲੋਪ ਹੋ ਗਿਆ ਹੈਗਾ। ਤਾਂ ਹੁਣ ਅਸੀਂ ਕੀ ਕਰਾਂਗੇ, ਇੱਥੋਂ ਸਾਨੂੰ ਪਤਾ ਲੱਗਿਆ ਕਿ ਜਿਹੜਾ ਜਿਹੜੀ ਸਾਡੀ ਬਾਊਂਡਰੀ ਹੈ ਉਹ ਰਾਈਟ ਬਾਊਂਡਰੀ ਨੂੰ ਇੰਟਰਸੈਕਟ ਕਰ ਰਹੀ ਹੈ ਤਾਂ ਵੀ ਫਾਰਮੂਲਾ ਲਾਓ, x ਦਾ ਅਸੀਂ ਮੈਕਸੀਮਮ ਹੀ ਮੰਨ ਲਿਆ ਕਿਉਂਕਿ ਰਾਈਟ ਬਾਊਂਡਰੀ ਨੂੰ ਕੱਟਿਆ ਨਾ, x ਮੈਕਸੀਮਮ ਹੋਊਗਾ ਮਿਨੀਮਮ ਨਹੀਂ। ਜੇ ਲੈਫਟ ਬਾਊਂਡਰੀ ਨੂੰ ਕੱਟਦੀ ਉਦੋਂ x ਨੇ ਮਿਨੀਮਮ ਹੋ ਜਾਣਾ ਸੀ। ਤਾਂ ਹੁਣ x ਜਿਹੜਾ ਤੁਹਾਡਾ ਹੈਗਾ ਉਹ ਤੁਸੀਂ ਮੈਕਸੀਮਮ ਵੈਲਿਊ ਚੱਕੋ, y ਨੂੰ ਹੀ ਇਕੁਏਸ਼ਨ ਲਾ ਕੇ ਤੁਸੀਂ ਸੋਲਵ ਕਰੋ ਤਾਂ ਤੁਹਾਡੇ ਕੋਲ ਸਮਥਿੰਗ ਇਹ ਜਿਹੜਾ ਆਨਸਰ ਹੈ ਉਹ ਆਊਗਾ, ਯਾਨੀ ਕਿ ਇਹ ਤੁਹਾਡੀ ਇੰਟਰਸੈਕਸ਼ਨ ਦੀਆਂ ਵੈਲਿਊਜ਼ ਰਹਿਣਗੀਆਂ। ਤਾਂ ਇਹਨੂੰ ਆਪਾਂ ਮਤਲਬ ਰਾਊਂਡ ਆਫ ਕਰ ਦਿਆਂਗੇ, ਅਸੀਂ 16 ਪੁਆਇੰਟ ਸਮਥਿੰਗ ਮੰਨਣ ਦੀ ਜਗ੍ਹਾ ਅਸੀਂ ਇਹਨੂੰ ਮੰਨਾਂਗੇ 17। ਤਾਂ ਇਹ ਸੀ ਤੁਹਾਡੀ ਐਗਜ਼ਾਮਪਲ, ਜਿਹਦੇ ਵਿੱਚ ਇੱਕ ਚੀਜ਼ ਬੇਟਾ ਸਲੋਪ ਵੀ ਤੁਸੀਂ ਨਾਲ ਚੈੱਕ ਕਰ ਲੈਣਾ ਕਿ ਤੁਹਾਡਾ ਸਲੋਪ ਕਿੱਦਾਂ ਜਾ ਰਿਹਾ। ਸਲੋਪ ਤੋਂ ਹੀ ਪਤਾ ਲੱਗੂ ਨਾ ਕਿ ਉਹਨੇ ਰਾਈਟ ਬਾਊਂਡਰੀ ਕੱਟੀ ਆ, ਲੈਫਟ ਬਾਊਂਡਰੀ ਕੱਟੀ ਆ, ਬਾਟਮ ਕੱਟੀ ਆ ਜਾਂ ਟੌਪ ਕੱਟੀ ਹੈਗੀ। ਇਹ ਚੀਜ਼ਾਂ ਕਲੀਅਰ ਹੋਣਗੀਆਂ ਤੁਹਾਡੇ ਸਲੋਪ ਤੋਂ।